ਡਾਕਟਰ ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ਇੱਕ ਭਰਿਆ ਪੂਰਾ ਦਿਨ ਦਾ 5ਵਾਂ ਅੰਗ। ਬਿਮਾਰੀ ਨੂੰ ਨਹੀਂ, ਸਿਹਤ ਨੂੰ ਚੁਣਨਾ। ਸਵੇਰ ਦੇ ਤਕਰੀਬਨ 7:50। ਮੈਂ ਕੁਛ ਨਾ ਕੁਛ ਲਿਖਣ 'ਚ ਮਸਰੂਫ ਹਾਂ। ਜੇਕਰ ਘੜੀ 'ਤੇ ਨਜ਼ਰ ਪੈ ਜਾਏ ਤਾਂ ਮੈਂ ਖੁਦ ਹੀ ਆਪਣੇ ਕਾਗਜ਼ ਸਮੇਟਣ ਲੱਗ ਪੈਂਦਾ, ਨਹੀਂ ਤਾਂ ਊਸ਼ਾ ਆ ਕੇ ਮੇਰੇ ਕੋਲ ਇਨਸੂਲਿਨ ਦਾ ਪੈਨ ਰੱਖ ਜਾਂਦੀ ਹੈ। ਮੈਂ ਇਨਸੂਲਿਨ ਦੀ ਪਹਿਲੀ ਡੋਜ਼ ਲੈਂਦਾ ਹਾਂ। ਅਜਿਹੀਆਂ ਖੁਰਾਕਾਂ ਮੈਂ ਦਿਨ 'ਚ 4 ਵਾਰ ਲੈਂਦਾ। ਇਨਸੂਲਿਨ, ਮੈਂ ਨਹੀਂ ਸਮਝਦਾ ਕਿ ਤੁਸੀਂ ਇਸ ਤੋਂ ਵਾਕਫ ਨਹੀਂ ਹੋ। ਸ਼ੂਗਰ ਰੋਗ ਨਾਲ ਜੁੜਿਆ ਹਾਰਮੋਨ, ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਨਿਯੰਤਰਣ 'ਚ ਰੱਖਣ ਵਾਲਾ ਹਾਰਮੋਨ। ਵੈਸੇ ਤਾਂ ਸਰੀਰ ਵਿੱਚ ਇਹਨੂੰ ਪੈਦਾ ਕਰਨ ਵਾਲਾ ਅੰਗ ਇੱਕ ਥਰਮੋਸਟੇਟ ਦੀ ਤਰ੍ਹਾਂ ਲੋੜ ਮੁਤਾਬਕ ਇਨਸੂਲਿਨ ਭੇਜਦਾ ਹੈ, ਅਤੇ ਜੇ ਇਹ ਅੰਗ ਨਕਾਰਾ ਹੋ ਜਾਏ ਤਾਂ ਇਹ ਕਾਰਜ ਬਾਹਰੋਂ ਕਰਨਾ ਪੈਂਦਾ ਹੈ। ਜਿਵੇਂ ਮੈਂ ਸਵੇਰ ਦੇ ਨਾਸ਼ਤੇ ਲਈ ਕੀਤਾ, ਫਿਰ ਦਿਨ ਭਰ ਲੋੜ ਮੁਤਾਬਕ ਇਹ ਸਿਲਸਿਲਾ ਚੱਲਦਾ ਰਹੇਗਾ। ਮੈਂ ਉਸ ਦ੍ਰਿਸ਼ ਨਾਲ ਖੁਦ ਨੂੰ ਕਦੇ ਰੂਬਰੂ ਨਹੀਂ ਕਰਵਾਇਆ ਕਿ ਅਜਿਹੀ ਹਾਲਤ ਬਣ ਜਾਏ ਕਿ ਮਿਲੇ ਹੀ ਨਾ, ਫੈਕਟਰੀ ਬੰਦ ਹੋ ਜਾਏ ਜਾਂ ਫੈਕਟਰੀ ਤੋਂ ਸ਼ਹਿਰ ਤੱਕ ਨਾ ਪਹੁੰਚੇ। ਵੈਸੇ ਇਹ ਲਾਈਫ ਸੇਵਿੰਗ ਦਵਾ ਹੈ, ਜੀਵਨ ਦਾਤਾ। ਇਹਦੀ ਖੋਜ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ ਹੈ। ਸਿਰਫ 100 ਸਾਲ ਪਹਿਲਾਂ 1921 ਵਿੱਚ ਕੈਨੇਡਾ ਦੇ ਇੱਕ ਵਿਗਿਆਨੀ ਸਰ ਫਰੈਡਰਿਕ ਬੈਂਟਿੰਗ ਨੇ ਇਹਨੂੰ ਮਨੁੱਖੀ ਵਰਤੋਂ ਲਈ ਜਾਨਵਰਾਂ ਤੋਂ ਤਿਆਰ ਕੀਤਾ। ਇਹਨਾਂ 100 ਸਾਲਾਂ ਦੌਰਾਨ ਇਸ ਟੀਕੇ ਨੂੰ ਲੈ ਕੇ ਕਈ ਸੋਧਾਂ ਹੋਈਆਂ। ਚੀਨ 'ਚ ਇਹਦੀ ਰਸਾਇਣ ਬਣਤਰ ਨੂੰ ਦੇਖਦੇ ਹੋਏ ਬਨਾਵਟੀ ਸਿੰਥੈਟਿਕ ਇਨਸੂਲਿਨ 60ਵਿਆਂ ਦੇ ਸ਼ੁਰੂ ਦੌਰਾਨ ਬਣਾਉਣ 'ਚ ਸਫਲਤਾ ਹਾਸਲ ਕੀਤੀ, ਪਰ ਅਜੇ ਤੱਕ ਵਿਗਿਆਨੀ ਇਹਦਾ ਕਿਸੇ ਗੋਲੀ ਜਾਂ ਕੈਪਸੂਲ ਦੀ ਸ਼ਕਲ ਵਾਲਾ ਰੂਪ ਵਿਕਸਤ ਨਹੀਂ ਕਰ ਸਕੇ। ਜਿਹਨੂੰ ਵੀ ਇਹਦੀ ਲੋੜ ਹੈ ਉਹਨੂੰ ਇਨਸੂਲਿਨ ਟੀਕੇ ਦੇ ਰੂਪ 'ਚ ਲੈਣੀ ਪੈਂਦੀ ਹੈ। ਇਨਸੂਲਿਨ ਦਾ ਟੀਕਾ ਲਗਾਉਣਾ ਦਿਨ 'ਚ 2, 3 ਜਾਂ 4 ਵਾਰ, ਉਹ ਵੀ ਤਾਉਮਰ। ਜਦੋਂ ਕਿਸੇ ਨੂੰ ਡਾਕਟਰ ਇਹ ਦੱਸਦਾ ਹੈ ਤਾਂ ਘਬਰਾਹਟ ਤਾਂ ਲਾਜ਼ਮੀ ਹੈ। ਮੈਂ ਆਪਣੀ ਸ਼ੂਗਰ ਦੀ ਕਿਸਮ ਕਾਰਨ, ਜਿਸ 'ਚ ਸ਼ੂਗਰ ਪੈਦਾ ਕਰਨ ਵਾਲਾ ਅੰਗ ਪੈਨਕ੍ਰੀਆਸ ਬਿਲਕੁਲ ਹੀ ਇਨਸੂਲਿਨ ਪੈਦਾ ਨਹੀਂ ਕਰਦਾ, ਮੈਂ ਇਨਸੂਲਿਨ 'ਤੇ ਹੀ ਨਿਰਭਰ ਹਾਂ ਅਤੇ ਲਗਾਤਾਰ 43 ਸਾਲਾਂ ਤੋਂ ਵਰਤ ਰਿਹਾ। ਭਾਵੇਂ ਕਿ ਸ਼ੂਗਰ ਹੋਈ ਨੂੰ 45 ਸਾਲ ਹੋ ਗਏ ਹੈ। ਮੈਂ ਜਿੰਨੀ ਸਹਿਜਤਾ ਨਾਲ ਇਹਨੂੰ ਵਰਤ ਰਿਹਾ ਜਾਂ ਇੱਥੇ ਲਿਖ ਰਿਹਾ, ਤਾਂ ਮੈਂ ਆਪਣੇ ਬਚਪਨ ਜਾਂ ਕਿਸ਼ੋਰ ਅਵਸਥਾ ਦੇ ਦਿਨ ਯਾਦ ਕਰ ਸਕਦਾ, ਜਦੋਂ ਮੈਂ ਬਿਮਾਰ ਪੈਣ 'ਤੇ ਟੀਕਾ ਲਗਵਾਉਣ ਤੋਂ ਬਹੁਤ ਡਰਦਾ ਸੀ ਅਤੇ ਮੇਰੇ ਡਰ ਅਤੇ ਰੋਣ ਸਦਕਾ ਡਾਕਟਰ ਨੂੰ ਪੀਣ ਦੀ ਦਵਾਈ ਦੇਣੀ ਪੈਂਦੀ ਸੀ। ਮੈਨੂੰ ਸ਼ੂਗਰ ਉਦੋਂ ਹੋਇਆ ਜਦੋਂ ਮੈਂ MBBS ਦਾ 3ਰੇ ਵਰ੍ਹੇ ਦਾ ਵਿਦਿਆਰਥੀ ਸੀ। ਸਰੀਰ ਰਚਨਾ ਵਿਗਿਆਨ ਅਤੇ ਸਰੀਰ ਕਿਰਿਆ ਵਿਗਿਆਨ, ਐਨਾਟਮੀ ਅਤੇ ਫਿਜ਼ੀਓਲੋਜੀ ਪਾਸ ਕਰ ਚੁੱਕਿਆ ਸੀ ਅਤੇ ਹੁਣ ਪੈਥੋਲੋਜੀ ਅਤੇ ਫਾਰਮਾਕੋਲੋਜੀ, ਬਿਮਾਰੀ ਨਾਲ ਹੋਣ ਵਾਲੇ ਸਰੀਰ ਦੇ ਵਿਗਾੜ ਅਤੇ ਦਵਾ ਵਿਗਿਆਨ ਪੜ੍ਹ ਰਿਹਾ ਸੀ। ਕਹਿਣ ਤੋਂ ਭਾਵ ਮੈਡੀਸਨ ਅਤੇ ਸਰਜਰੀ ਦੇ ਵਿਸ਼ੇ ਅਗਲੇ ਸਾਲਾਂ ਦੌਰਾਨ ਸਨ। ਆਮ ਸਧਾਰਨ ਲੱਛਣਾਂ ਕਰਕੇ ਮੈਂ ਮੈਡੀਸਨ ਵਿਭਾਗ 'ਚ ਦਿਖਾਉਣ ਗਿਆ। ਪਟਿਆਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਹਨ, ਆਮਣੇ ਸਾਹਮਣੇ। ਵਿਚਕਾਰ ਇੱਕ ਸੜਕ ਹੈ। ਜਿਸ ਦਿਨ ਦਿਖਾਉਣ ਗਿਆ ਤਾਂ ਡਾਕਟਰ ਚੋਪੜਾ, ਪ੍ਰੋਫੈਸਰ ਮੈਡੀਸਨ ਦੀ ਵਾਰੀ ਸੀ। ਉਹਨਾਂ ਨੇ 2-4 ਸਵਾਲ ਪੁੱਛੇ, ਕੁਝ ਰੂਟੀਨ ਦੇ ਟੈਸਟ, ਖੂਨ ਅਤੇ ਪਿਸ਼ਾਬ ਦੇ ਲਿਖੇ ਅਤੇ ਨਾਲ ਹੀ ਦਵਾਈ ਵੀ ਸ਼ੁਰੂ ਕਰ ਦਿੱਤੀ। ਟੈਸਟਾਂ ਦਾ ਨਤੀਜਾ ਆਇਆ ਤਾਂ ਪਿਸ਼ਾਬ 'ਚ ਸ਼ੂਗਰ ਸੀ। ਰਿਪੋਰਟ ਲੈ ਕੇ ਮੈਂ ਫਿਰ ਡਾਕਟਰ ਚੋਪੜਾ ਕੋਲ ਆਇਆ। ਮੈਂ ਬਿਲਕੁਲ ਸਹਿਜ ਸੀ। ਮੈਨੂੰ ਤਾਂ ਲੱਗ ਰਿਹਾ ਸੀ ਕਿ ਚਲੋ ਬਿਮਾਰੀ ਪਤਾ ਚੱਲ ਗਈ ਹੈ, ਹੁਣ ਇਲਾਜ ਠੀਕ ਠਾਕ ਹੋ ਜਾਏਗਾ, ਅਤੇ ਨਾਲੇ ਅਜੇ ਬਿਮਾਰੀਆਂ ਬਾਰੇ ਕਿਸੇ ਕਿਸਮ ਦਾ ਗਿਆਨ ਵੀ ਨਹੀਂ ਸੀ। ਡਾਕਟਰ ਚੋਪੜਾ ਨੇ ਰਿਪੋਰਟ ਦੇਖੀ ਤਾਂ ਉਹਨਾਂ ਦੇ ਚਿਹਰੇ 'ਤੇ ਚਿੰਤਾ ਦੇ ਭਾਵ ਸਾਫ਼ ਦਿਸੇ। ਮੈਨੂੰ ਪੁੱਛਿਆ, ਹੋਸਟਲ ਰਹਿਣਾ ਹੈ? ਮੈਂ ਹਾਂ 'ਚ ਸਿਰ ਹਿਲਾਇਆ ਅਤੇ ਫਿਰ ਉਹਨਾਂ ਨੇ ਸ਼ੂਗਰ ਰੋਗ ਨੂੰ ਲੈ ਕੇ ਦਵਾਈ ਲਿਖ ਦਿੱਤੀ। ਡਾਕਟਰ ਚੋਪੜਾ ਨੇ ਬਿਮਾਰੀ ਬਾਰੇ ਕੋਈ ਵੱਖਰੀ ਵਿਸ਼ੇਸ਼ ਗੱਲ ਨਾ ਕੀਤੀ। ਮਿੱਠੇ ਤੋਂ ਪਰਹੇਜ਼ ਅਤੇ ਦਵਾਈ, ਉਹੀ ਜੋ ਸਾਡੇ ਬਹੁਤੇ ਡਾਕਟਰ ਅੱਜ ਵੀ ਕਰਦੇ ਆ। ਹਾਂ, ਮੈਨੂੰ ਯਾਦ ਹੈ ਉਹਨਾਂ ਨੇ ਕਿਹਾ, ਕਿਸੇ ਨੂੰ ਦੱਸੀ ਨਾ। ਮੈਂ ਵੈਸੇ ਹੀ ਲੋਕਾਂ ਨਾਲ ਇੱਧਰ ਉੱਧਰ ਦੀਆਂ ਗੱਲਾਂ ਸਾਂਝੀਆਂ ਕਰਨ ਵਾਲਾ ਵਿਅਕਤੀ ਨਹੀਂ ਹਾਂ। ਉਦੋਂ ਤਾਂ ਹੋਰ ਵੀ ਘੱਟ ਸੀ, ਜਿਸ ਨੂੰ ਮਨੋਵਿਗਿਆਨੀ ਇੰਟਰੋਵਰਟਿਡ ਸ਼ਖਸੀਅਤ ਮਤਲਬ ਅੰਤਰਮੁਖੀ ਕਹਿੰਦੇ ਨੇ। ਅਤੇ ਮੇਰੇ ਜਿੰਨੇ ਵੀ ਹੋਸਟਲ ਦੇ ਮਿੱਤਰ ਸਨ, ਖਾਸ ਕਰ ਜੋ ਮੈਨੂੰ ਦਿਖਾਉਣ ਲੈ ਗਏ ਸੀ, ਉਹਨਾਂ ਨੂੰ ਤਾਂ ਪਤਾ ਚੱਲਣਾ ਹੀ ਸੀ, ਪਰ ਮੇਰੇ ਨਾਲ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਫਿਕਰਮੰਦੀ ਨਹੀਂ ਦਿਖਾਈ, ਜੋ ਕਿ ਸਾਡੇ ਸੱਭਿਆਚਾਰਕ ਸੁਭਾਅ ਵਿੱਚ ਹੈ। ਇੰਝ ਕਹਿ ਲਓ, ਉਹ ਸਾਰੇ ਵੀ ਮੇਰੇ ਜਿੰਨੇ ਹੀ ਜਾਣੂ ਸਨ, ਪਰ ਜੋ ਵੀ ਹੈ, ਮੈਨੂੰ ਕਿਸੇ ਤਰ੍ਹਾਂ ਦੀ ਹਮਦਰਦੀ ਜਾਂ ਉਸ ਤੋਂ ਵੀ ਵੱਧ ਆਪਣੇ ਪ੍ਰਤੀ ਬੇਚਾਰਗੀ ਦਾ ਅਹਿਸਾਸ ਕਦੇ ਵੀ ਚੰਗਾ ਨਹੀਂ ਲੱਗਿਆ। ਅਗਲੇ ਸਾਲ ਜਦੋਂ ਫਾਈਨਲ 'ਚ ਹੋਇਆ ਤਾਂ ਸ਼ੂਗਰ ਰੋਗ ਨੂੰ ਸਿਲੇਬਸ 'ਚ ਪੜ੍ਹਿਆ, ਪਰ ਸਿਲੇਬਸ ਦੇ ਨਾਂ ਹੇਠ ਕਿਤਾਬੀ ਪੜ੍ਹਾਈ ਤਾਂ ਇੱਕ ਖਾਸ ਮਕਸਦ ਲਈ ਹੁੰਦੀ ਹੈ ਕਿ ਇਮਤਿਹਾਨ ਪਾਸ ਕਰਨਾ ਹੈ। ਜੋ ਕਿਤਾਬ ਮੈਂ ਉਹਨਾਂ ਦਿਨਾਂ 'ਚ ਪੜ੍ਹੀ, ਉਹ ਸੀ ਅੰਤਰਰਾਸ਼ਟਰੀ ਮੈਡੀਸਨ ਦੀ ਕਿਤਾਬ, ਡੇਵਿਡਸਨ ਮੈਡੀਸਨ
ਇਹ ਯਾਦ ਹੈ ਕਿ ਉਸ 'ਚ 2 ਤਰ੍ਹਾਂ ਦੀ ਸ਼ੂਗਰ ਦੀ ਬਿਮਾਰੀ ਦਾ ਜ਼ਿਕਰ ਹੈ, ਗੋਲੀਆਂ ਨਾਲ ਕਾਬੂ 'ਚ ਰਹਿਣ ਵਾਲੀ ਤੇ ਇਨਸੂਲਿਨ ਦੇ ਟੀਕਿਆਂ ਨਾਲ ਕਾਬੂ 'ਚ ਰਹਿਣ ਵਾਲੀ। ਤੇ ਮੇਰੀ ਕਿਸਮ ਟੀਕਿਆਂ ਨਾਲ ਨਿਯੰਤਰਣ 'ਚ ਰਹਿਣ ਵਾਲੀ ਸੀ ਤੇ ਮੈਨੂੰ ਡਾਕਟਰ ਚੋਪੜਾ ਨੇ ਗੋਲੀਆਂ ਲਿਖੀਆਂ ਸਨ। ਇਹ ਨਹੀਂ ਹੋ ਸਕਦਾ ਕਿ ਡਾਕਟਰ ਚੋਪੜਾ ਨੂੰ ਇਸ ਬਿਮਾਰੀ ਦੀ ਪੂਰੀ ਸਮਝ ਨਹੀਂ ਹੋਏਗੀ। ਪ੍ਰੋਫੈਸਰ ਪੱਧਰ ਦੇ ਤਜਰਬੇ ਵਾਲੇ ਡਾਕਟਰ ਸਨ। ਮੈਨੂੰ ਹੁਣ ਸਮਝ ਆਉਂਦਾ ਹੈ ਕਿ ਉਹਨਾਂ ਦਾ ਪਹਿਲਾ ਪ੍ਰਸ਼ਨ ਸੀ ਕਿ ਮੈਂ ਹੋਸਟਲ 'ਚ ਰਹਿਣਾ। ਉਹਨਾਂ ਦੇ ਚਿਹਰੇ 'ਤੇ ਇੱਕ ਡਾਕਟਰ ਤੋਂ ਵੱਧ ਇੱਕ ਅਧਿਆਪਕ ਦਾ ਫਿਕਰ। ਉਹਨਾਂ ਨੇ ਸੋਚਿਆ ਹੋਏਗਾ ਕਿਵੇਂ ਟੀਕਾ ਲਗਾਇਆ ਕਰੇਗਾ ਤੇ ਸਭ ਤੋਂ ਅਹਿਮ ਕਿ ਇਨਸੂਲਿਨ ਦੇ ਟੀਕਿਆਂ ਨਾਲ ਜੋ ਇੱਕ ਖਤਰਾ ਜੁੜਿਆ ਹੈ, ਕਈ ਵਾਰ ਸ਼ੂਗਰ ਇੱਕੋ ਦਮ ਘਟ ਜਾਂਦੀ ਹੈ ਜੋ ਕਿ ਘਾਤਕ ਸਿੱਧ ਹੋ ਸਕਦੀ ਹੈ ਤੇ ਹੋਸਟਲ ਦੇ ਕਮਰੇ 'ਚ ਇਕੱਲਿਆਂ ਰਹਿੰਦਿਆਂ ਅਜਿਹਾ ਹਾਦਸਾ ਵਾਪਰ ਜਾਂਦਾ ਤਾਂ ਕਿ ਇਸ ਹਾਲਤ ਵਿੱਚ ਕਿਸੇ ਦਾ ਨਾਲ ਹੋਣਾ ਬਹੁਤ ਜ਼ਰੂਰੀ ਹੈ। ਇਹ ਮੈਂ ਆਪਣੇ ਇਹਨਾਂ ਅਗਲੇ ਸਾਲਾਂ ਦੌਰਾਨ ਕਈ ਵਾਰੀ ਮਹਿਸੂਸ ਕੀਤਾ। ਜਦੋਂ ਉੱਠਣਾ ਤਾਂ ਦੂਰ ਨਾਲ ਪਈ ਊਸ਼ਾ ਨੂੰ ਆਵਾਜ਼ ਮਾਰਨੀ ਵੀ ਔਖੀ ਲੱਗਦੀ ਹੈ। ਇਸ ਲਈ ਜਿਉਂ-ਜਿਉਂ ਡਾਇਬਟੀਜ਼ ਦਾ ਪ੍ਰਕੋਪ ਵਧਿਆ ਹੈ, ਸ਼ੂਗਰ ਰੋਗ ਦੇ ਮਰੀਜ਼ਾਂ ਨੂੰ ਇੱਕ ਡਾਇਬਟੀਜ਼ ਕਾਰਡ ਜੇਬ 'ਚ ਰੱਖਣ ਲਈ ਹਦਾਇਤ ਦਿੱਤੀ ਜਾਂਦੀ ਹੈ ਤੇ ਨਾਲ ਹੀ ਕੁਝ ਮਿੱਠਾ ਵੀ, ਭਾਵੇਂ ਗੋਲੀਆਂ ਟੌਫੀਆਂ ਹੀ। ਆਪਣੇ ਵਿਦਿਆਰਥੀ ਪ੍ਰਤੀ ਇੱਕ ਅਧਿਆਪਕ ਦਾ ਇਹ ਫਿਕਰ ਅੱਜ ਤਸੱਲੀ ਦੇਣ ਵਾਲਾ ਹੈ, ਜਦੋਂ ਕਿ ਅੱਜ ਵਿਦਿਆਰਥੀ ਅਧਿਆਪਕ ਦਾ ਰਿਸ਼ਤਾ ਕਈ ਪੱਖਾਂ ਤੋਂ ਗਾਹਕ ਦੁਕਾਨਦਾਰ ਦਾ ਤੇ ਇਹ ਤੋਂ ਵੀ ਅੱਗੇ ਭ੍ਰਿਸ਼ਟਾਚਾਰ ਵਾਲਾ ਹੋ ਰਿਹਾ ਹੈ। ਜੇ ਤੁਸੀਂ ਸਮਝ ਹੀ ਗਏ ਹੋਗੇ, ਪਾਸ ਕਰਨ ਲਈ, ਡਿਗਰੀ ਦੇਣ ਲਈ ਮਹਿੰਗੇ ਗਿਫਟ ਲੈਣੇ ਆਦਿ। ਪਟਿਆਲੇ 'ਚ ਪੜ੍ਹਦਿਆਂ ਪ੍ਰੇਮ ਖੋਸਲੇ ਨਾਲ ਦੋਸਤੀ ਸਿਰਫ ਕਲਾਸ ਜਾਂ ਕਾਲਜ ਕੰਟੀਨ ਤੱਕ ਹੀ ਸੀਮਤ ਨਹੀਂ ਸੀ। ਉਹਦੇ ਘਰੇ ਅਕਸਰ ਜਾਣਾ। ਘਰ 'ਚ ਉਹ ਤੋਂ ਇਲਾਵਾ ਮਾਤਾ ਜੀ ਸੀ ਤੇ ਛੋਟੀ ਭੈਣ ਉਰਮਿਲ ਸੀ। 2 ਵੱਡੇ ਭਰਾ ਬਾਹਰ ਨੌਕਰੀ ਕਰਦੇ। ਮਾਤਾ ਜੀ ਬੜੇ ਨਿੱਘੇ ਸੁਭਾਅ ਵਾਲੇ, ਮੇਰੇ ਨਾਲ ਬੜੇ ਪਿਆਰ ਭਰਿਆ ਰਿਸ਼ਤਾ ਸੀ। ਰੋਟੀ ਦਾ ਸਮਾਂ ਹੋਵੇ ਤਾਂ ਤੁਸੀਂ ਰੋਟੀ ਖਾਏ ਬਗੈਰ ਆ ਹੀ ਨਹੀਂ ਸਕਦੇ। ਉਸ ਘਰ ਨਾਲ ਇੰਨੀ ਸਾਂਝ ਬਣੀ ਕਿ ਪ੍ਰੇਮ ਦਾ ਘਰੇ ਹੋਣਾ ਕੋਈ ਮਾਇਨੇ ਨਹੀਂ ਸੀ ਰੱਖਦਾ। ਮਾਤਾ ਜੀ ਨੂੰ ਮਿਲ ਗੱਲਾਂ ਬਾਤਾਂ ਕਰਨੀਆਂ, ਖਾ ਪੀ ਆਉਣਾ। ਇਸ ਤਰ੍ਹਾਂ ਪਰਦੇਸ 'ਚ ਇੱਕ ਘਰ ਸੀ ਜਿੱਥੇ ਜਦੋਂ ਮਰਜ਼ੀ ਜਾ ਸਕਦੇ। ਮੇਰੀ ਬਿਮਾਰੀ ਬਾਰੇ ਪ੍ਰੇਮ ਦੇ ਘਰੇ ਵੀ ਪਤਾ ਸੀ। ਮਾਤਾ ਜੀ ਤੋਂ ਕੁਝ ਲੁਕੋ ਸੀ ਤਾਂ ਚਾਹ ਵਗੈਰਾ ਫਿੱਕੀ ਬਣਾਉਣ ਲਈ ਉਰਮਿਲਾ ਦਾ ਓਹਲਾ ਸੀ। ਉਹ ਕਾਲਜ 'ਚ ਪੜ੍ਹਦੀ ਸੀ ਤੇ ਉਹਦਾ ਬਹੁਤੇ ਭਾਰਤੀ ਲੋਕਾਂ ਵਾਂਗ ਅੰਗਰੇਜ਼ੀ ਦਬਾਅ ਪ੍ਰਣਾਲੀ 'ਤੇ ਵਿਸ਼ਵਾਸ ਘੱਟ ਸੀ, ਜੋ ਕਿ ਇਸ ਪ੍ਰਣਾਲੀ ਦੇ ਪ੍ਰਚਾਰੇ ਗਏ ਨੁਕਸਾਨ ਕਰਕੇ ਸੀ, ਨਾ ਕਿ ਕਿਸੇ ਵਿਗਿਆਨਕ ਆਧਾਰ ਕਾਰਨ। ਉਹਦਾ ਇੱਕ ਹੋਮਿਓਪੈਥੀ ਡਾਕਟਰ 'ਤੇ ਵਿਸ਼ਵਾਸ ਸੀ ਤੇ ਆਪਣੇ ਹਰ ਇਲਾਜ ਲਈ ਉਸ ਕੋਲ ਹੀ ਜਾਂਦੀ। ਉਰਮਿਲ ਨੇ ਮੇਰੀ ਬਿਮਾਰੀ ਨੂੰ ਲੈ ਕੇ ਭੈਣ ਵਰਗਾ ਫਿਕਰ ਦਿਖਾਉਂਦਿਆਂ ਆਪਣੇ ਹੋਮਿਓਪੈਥੀ ਦੇ ਡਾਕਟਰ ਮਹਿੰਦਰ ਸਿੰਘ ਚੁੱਘ ਤੋਂ ਮੇਰੇ ਲਈ ਵੱਖਰਾ ਸਮਾਂ ਲਿਆ ਤੇ ਫਿਰ ਮੈਨੂੰ ਨਾਲ ਲੈ ਕੇ ਗਈ। ਭਾਵੇਂ ਦਵਾਈ ਨੇ ਅਸਰ ਨਹੀਂ ਕੀਤਾ, ਸਗੋਂ ਇੰਝ ਜਾਪਿਆ ਕਿ ਹਾਲਤ ਕੁਝ ਜ਼ਿਆਦਾ ਵਿਗੜ ਗਈ ਹੈ। ਕਮਜ਼ੋਰੀ, ਬਾਰ-ਬਾਰ ਪਿਸ਼ਾਬ ਆਉਣਾ, ਕਮਰੇ ਤੋਂ ਬਾਥਰੂਮ ਤੱਕ ਪਹੁੰਚਣ 'ਚ ਵੀ ਦਿੱਕਤ ਹੋਣੀ। ਮੈਂ ਦਵਾਈ ਛੱਡ ਦਿੱਤੀ, ਪਰ ਜੋ ਉਹ ਫਿਕਰਮੰਦੀ ਦਾ ਆਪਣਾ ਇੱਕ ਵੱਖਰਾ ਫਾਇਦਾ ਹੁੰਦਾ ਹੈ, ਉਹਦਾ ਅਸਰ ਅਜੇ ਵੀ ਬਣਿਆ ਹੋਇਆ ਹੈ। ਇਸ ਤਰ੍ਹਾਂ ਦੀ ਫਿਕਰ ਕਰਨ ਵਾਲਿਆਂ ਦੀ ਅੱਜ ਮੈਂ ਇੱਕ ਵੱਡੀ ਸੂਚੀ ਬਣਾ ਸਕਦਾ। ਇਸੇ ਸੰਦਰਭ ਵਿੱਚ ਇੱਕ ਨਾਂ ਸੁਖਬੀਰ ਹੋਰਾਂ ਦਾ ਵੀ ਹੈ, ਜਿਨ੍ਹਾਂ ਨੇ ਮੇਰੀ ਬਿਮਾਰੀ ਦੇ ਮੁੱਢਲੇ ਸਾਲਾਂ ਦੌਰਾਨ ਹੀ ਆਪਣੀ ਮੋਹ ਭਰੀ ਫਿਕਰਮੰਦੀ ਦਰਸਾਈ। ਜਦੋਂ ਉਹਨਾਂ ਦਾ ਇੱਕ ਖੱਤ ਮੇਰੇ ਕੋਲ ਆਇਆ, ਉਹਨਾਂ ਨੇ ਮੁੰਬਈ ਤੋਂ ਪਟਿਆਲੇ ਆਉਣਾ ਸੀ ਤੇ ਖੱਤ ਲਿਖਿਆ, ਡਾਇਬਟੀਜ਼ ਦੀਆਂ ਦਵਾਈਆਂ ਮੈਂ ਆਪਣੇ ਨਾਲ ਲੈਂਦਾ ਆਵਾਂਗਾ, ਹੋਰਨਾਂ ਨੂੰ ਇਹਨਾਂ ਨਾਲ ਫਾਇਦਾ ਹੋਇਆ ਹੈ। ਉਂਝ ਮੈਂ ਨੀਮ ਹਕੀਮ ਨਾਲੋਂ ਵੀ ਥੱਲੇ ਹੈ। ਨਾਲੇ ਕੁਝ ਹਿੰਮਤ ਵਧਾਊ ਸ਼ਬਦ ਸਨ। ਤੁਹਾਡੇ ਅੰਦਰ ਜੋ ਹੌਸਲਾ ਤੇ ਆਸਵੰਦ ਹੋ ਕੇ ਜਿਉਣ ਤੇ ਜੂਝਣ ਦਾ ਚਾਅ ਹੈ, ਉਹ ਪ੍ਰੇਰਨਾ ਦੇਣ ਵਾਲਾ ਹੈ। ਮੈਂ ਇਸ ਖੱਤ ਜਾਂ ਪਟਿਆਲੇ ਦੀ ਮਿਲਣੀ ਤੋਂ ਪਹਿਲਾਂ ਉਹਨਾਂ ਨਾਲ ਕੁਝ ਕੁ ਘੰਟੇ ਬੈਠਾ ਹੋਵਾਂਗਾ। ਪਤਾ ਨਹੀਂ ਕਿੰਨੇ ਕੁ ਲੋਕ ਮਿਲਦੇ ਹੋਣਗੇ ਸੁਖਬੀਰ ਜੀ ਨੂੰ ਤੇ ਕਿੰਨਿਆਂ ਨਾਲ ਉਹਨਾਂ ਦੀ ਖਤੋ ਕਿਤਾਬਤ ਹੁੰਦੀ ਹੋਏਗੀ। ਗੱਲ ਨੀਮ ਹਕੀਮ ਦੀ ਨਹੀਂ, ਗੱਲ ਦਵਾਈਆਂ ਲੈ ਕੇ ਆਉਣ ਦੀ ਨਹੀਂ, ਗੱਲ ਉਸ ਫਿਕਰ ਦੀ ਹੈ, ਉਸ ਜੁੜਾਵ ਨੂੰ ਮਹਿਸੂਸ ਕਰਨ ਦੀ ਹੈ, ਜਿਹਦਾ ਅਸਰ ਅੱਜ ਸਿਹਤ ਵਿਗਿਆਨ ਵੀ ਮੰਨ ਰਿਹਾ ਹੈ ਤੇ ਸਿੱਧ ਕਰਕੇ ਵੀ ਦਿਖਾ ਰਿਹਾ ਹੈ। ਇਸ ਤੋਂ ਬਾਅਦ ਜਲਦੀ ਮੈਨੂੰ ਸ਼ੂਗਰ ਰੋਗ ਨੂੰ ਕਾਬੂ ਹੇਠ ਰੱਖਣ ਦੀ ਸਟੀਕ ਤੇ ਵਿਗਿਆਨਕ ਸੇਧ ਮਿਲੀ। ਮੈਂ 1979 'ਚ ਇੰਟਰਨਸ਼ਿਪ ਸਿਵਲ ਹਸਪਤਾਲ ਬਠਿੰਡਾ 'ਚ ਕੀਤੀ ਤੇ ਮੈਂ ਆਪਣੇ ਜੱਦੀ ਸ਼ਹਿਰ ਅਬੋਹਰ ਦੇ ਕੁਝ ਨੇੜੇ ਆ ਗਿਆ। ਹਰ ਰੋਜ਼ ਤਾਂ ਨਹੀਂ, ਹਰ ਹਫ਼ਤੇ ਘਰੇ ਜਾ ਆਉਂਦਾ। ਉਹਨਾਂ ਨੂੰ ਵੀ ਕੁਝ ਲੋੜ ਸੀ। ਉਂਝ ਡਾਕਟਰਸ ਹੋਸਟਲ ਸੀ ਉੱਥੇ ਜਿੱਥੇ ਮੈਂ ਰਹਿੰਦਾ ਸੀ। ਮੇਰੇ ਨਾਲ ਹੀ ਟ੍ਰੇਨਿੰਗ ਕਰਦਾ ਸਾਥੀ ਸ਼ਹਿਰ ਦੇ ਆਪਣੇ ਜਾਣਕਾਰ ਡਾਕਟਰ ਕੋਲ ਮਿਲਣ ਜਾਣ ਲੱਗਿਆ। ਮੈਨੂੰ ਵੀ ਨਾਲ ਆਪਣੇ ਲੈ ਗਿਆ। ਗੱਲਾਂ ਬਾਤਾਂ ਹੋਈਆਂ। ਚਾਹ ਦੇ ਟਾਈਮ ਮੈਂ ਫਿੱਕੀ ਚਾਹ ਦੀ ਫਰਮਾਇਸ਼ ਕੀਤੀ ਤਾਂ ਡਾਕਟਰ ਬਾਂਸਲ ਨੇ ਕੁਦਰਤੀ ਪੁੱਛ ਲਿਆ, ਸ਼ੂਗਰ ਹੈ? ਉਸ ਸਮੇਂ ਮੇਰੀ ਉਮਰ ਤੇ ਸ਼ੂਗਰ ਦਾ ਹੋਣਾ ਹੈਰਾਨ ਕਰਨ ਵਾਲਾ ਸੀ। ਫਿਰ ਮੇਰੇ ਇਲਾਜ ਬਾਰੇ ਪੁੱਛਣ ਲੱਗੇ ਤਾਂ ਦਵਾਈ ਬਾਰੇ ਦੱਸਿਆ। ਉਹ ਹੈਰਾਨ ਹੋਏ, ਤੇਰੀ ਸ਼ੂਗਰ ਦੀ ਕਿਸਮ ਤਾਂ ਇਨਸੂਲਿਨ ਨਾਲ ਠੀਕ ਹੋਣ ਵਾਲੀ ਹੈ, ਤੂੰ ਕਿਵੇਂ ਗੋਲੀਆਂ ਖਾ ਰਿਹਾ?
ਮੈਨੂੰ ਲੱਗਦਾ ਉਹਨਾਂ ਨੇ ਮੇਰੇ ਕਮਜ਼ੋਰ ਸਰੀਰ ਤੋਂ ਹੀ ਅੰਦਾਜ਼ਾ ਲਾ ਲਿਆ ਹੋਵੇਗਾ। ਜੋ ਉਹਨਾਂ ਨੇ ਇਲਾਜ ਬਾਰੇ ਪੁੱਛਿਆ ਬਹੁਤ ਹੀ ਪਤਲਾ, ਲੋੜੀਂਦੇ ਭਾਰ ਤੋਂ ਕਾਫੀ ਘੱਟ। ਮੈਂ ਆਪਣੇ ਇਲਾਜ ਬਾਰੇ ਉਹਨਾਂ ਨੂੰ ਦੱਸ ਦਿੱਤਾ ਕਿ ਕੀ ਕਿਵੇਂ ਹੋਇਆ। ਮੇਰੀ ਗੱਲ ਸੁਣ, ਡਾਕਟਰ ਬਾਂਸਲ ਨੇ ਬੜੇ ਸਟੀਕ ਤੇ ਸਪਸ਼ਟ ਲਫ਼ਜ਼ਾਂ 'ਚ ਕਿਹਾ, ਇਹ ਠੀਕ ਹੈ ਕਿ ਇਨਸੂਲਿਨ ਦਾ ਟੀਕਾ ਲਗਵਾਉਣਾ ਇੱਕ ਦਿੱਕਤ ਹੈ, ਪਰ ਉਹੀ ਕਾਰਗਰ ਹੈ। ਉਹਨਾਂ ਦੀ ਗੱਲ ਠੀਕ ਹੈ ਕਿ ਉਸ ਸਮੇਂ ਤੱਕ ਖੁਦ ਟੀਕਾ ਲਗਾ ਸਕਣ ਬਾਰੇ ਕੋਈ ਵੀ ਗਿਆਨ ਨਹੀਂ ਸੀ, ਇਸ ਲਈ ਵੀ ਇਹ ਘੱਟ ਪ੍ਰਚਲਿਤ ਸੀ, ਪਰ ਇਹਦਾ ਬਦਲ ਵੀ ਨਹੀਂ ਸੀ। ਇਹ ਟੀਕਾ ਜਾਂ ਤਾਂ ਘਰੇ ਆ ਕੇ ਕੰਪਾਊਂਡਰ ਲਗਾਉਂਦਾ ਸੀ ਜਾਂ ਘਰ ਦੇ ਕਿਸੇ ਮੈਂਬਰ ਨੂੰ ਸਿਖਾਉਣਾ ਪੈਂਦਾ। ਖਾਣੇ ਤੋਂ 10 ਕੁ ਮਿੰਟ ਪਹਿਲਾਂ ਲਗਾਉਣਾ ਹੁੰਦਾ ਸੀ। ਤੇ ਡਾਕਟਰ ਬਾਂਸਲ ਦੀ ਇੱਕ ਗੱਲ ਅਜੇ ਵੀ ਮੇਰੇ ਚੇਤੇ 'ਚ ਬੈਠੀ ਹੈ, ਜਿਹਨੇ ਮੈਨੂੰ ਸ਼ੂਗਰ ਦੇ ਇਲਾਜ ਲਈ ਭਟਕਣ ਤੋਂ ਰੋਕਿਆ। ਉਹਨਾਂ ਨੇ ਕਿਹਾ, ਸਰੀਰ 'ਚ ਇਨਸੂਲਿਨ ਦੀ ਘਾਟ ਹੈ। ਸਾਡੇ ਕੋਲ ਪਿਓਰ ਇਨਸੂਲਿਨ ਮੌਜੂਦ ਹੈ, ਬਸ ਬਾਹਰੋਂ ਇਸਤੇਮਾਲ ਕਰਨੀ ਹੈ। ਇਸ ਲਈ ਕਿਸੇ ਹੋਰ ਤਰੀਕੇ ਬਾਰੇ ਸੋਚਣਾ ਹੀ ਕਿਉਂ। ਮੈਨੂੰ ਵੀ ਇਮਤਿਹਾਨਾਂ ਲਈ ਪੜ੍ਹੀ ਸ਼ੂਗਰ ਰੋਗ ਦੇ ਪਾਠ 'ਚ ਦਰਜ 2 ਕਿਸਮ ਦੇ ਸ਼ੂਗਰ ਰੋਗ ਦੀ ਹੁਣ ਸਹੀ ਅਰਥਾਂ 'ਚ ਸਮਝ ਆਈ। ਤੇ ਫਿਰ ਉਹ ਦਿਨ ਤੇ ਅੱਜ ਦਾ ਦਿਨ, 45 ਸਾਲ ਦੀ ਬਿਮਾਰੀ ਤੇ 2 ਸਾਲ ਮਗਰੋਂ ਸ਼ੁਰੂ ਕੀਤੇ ਇਨਸੂਲਿਨ ਨਾਲ ਕਿਸੇ ਕਿਸਮ ਦੀ ਬਹਿਸ ਚਰਚਾ ਨਹੀਂ, ਕੋਈ ਹੋਰ ਤਜਰਬਾ ਨਹੀਂ। ਮੈਂ ਇਨਸੂਲਿਨ ਦਾ ਟੀਕਾ ਲਗਾਉਣ ਦਾ ਤਰੀਕਾ ਖੁਦ ਲੱਭਿਆ। ਮੈਨੂੰ ਪਤਾ ਸੀ ਹਲਕੇ ਕੁੱਤੇ ਦੇ ਵੱਡੇ ਟੀਕੇ ਦਵਾਈ ਦੀ ਵੱਧ ਮਾਤਰਾ ਵਾਲੇ ਪੇਟ 'ਚ ਲਗਾਏ ਜਾਂਦੇ ਆ। ਇਹ ਵੀ ਪੜ੍ਹਾਇਆ ਜਾਂਦਾ ਸੀ ਕਿ ਉੱਥੇ ਕਾਫੀ ਢਿੱਲੀ ਥਾਂ ਹੁੰਦੀ ਹੈ, ਦਵਾਈ ਦੀ ਮਿਕਦਾਰ ਵੱਧ ਵੀ ਹੋਵੇ ਤਾਂ ਸਮਾ ਜਾਂਦੀ ਹੈ। ਮੈਂ ਉਸ ਥਾਂ ਨੂੰ ਇਨਸੂਲਿਨ ਲਈ ਵਰਤਿਆ। ਇਸੇ ਤਰ੍ਹਾਂ ਕਿਸੇ ਤੇ ਨਿਰਭਰਤਾ ਵਾਲਾ ਸਵਾਲ ਤਾਂ ਹੱਲ ਹੋ ਹੀ ਗਿਆ। ਇਨਸੂਲਿਨ ਸ਼ੁਰੂ ਕੀਤੀ ਤਾਂ ਇਹਦੇ ਚਮਤਕਾਰੀ ਨਤੀਜੇ ਦੇਖਣ ਨੂੰ ਮਿਲੇ। ਕੁਛ ਹੀ ਦਿਨਾਂ 'ਚ ਪਰੇਸ਼ਾਨ ਕਰਨ ਵਾਲੇ ਸਾਰੇ ਲੱਛਣ ਠੀਕ। ਰਾਤ ਨੂੰ ਪਿਸ਼ਾਬ ਕਰਨ ਲਈ ਉੱਠਣ ਤੋਂ ਲੈ ਕੇ ਸਰੀਰ ਦੇ ਭਾਰ ਵਧਣ ਤੱਕ ਸਰੀਰ ਦੀ ਦਿੱਖ ਵੀ ਸਿਹਤਮੰਦ ਲੱਗਣ ਲੱਗੀ। ਟੀਕਿਆਂ ਦੀ ਬਣਤਰ ਤੇ ਖੋਜਾਂ ਹੋਈਆਂ। ਪਹਿਲਾਂ ਸ਼ੁਰੂ 'ਚ 3 ਵਾਰੀ ਲਾਉਣੀ ਪੈਂਦੀ ਸੀ, ਫਿਰ 2 ਵਾਰੀ ਲਾਉਣ ਲਈ ਇਨਸੂਲਿਨ ਆਈ, ਹੁਣ 4 ਵਾਰੀ ਲਗਾ ਰਿਹਾ, ਜੋ 2 ਕਿਸਮਾਂ ਦੀ ਹੈ। ਇੱਕ ਇਨਸੂਲਿਨ 24 ਘੰਟੇ ਕਾਰਜਸ਼ੀਲ ਰਹਿੰਦੀ ਹੈ। 3 ਟੀਕੇ ਖਾਧੀ ਗਈ ਖੁਰਾਕ ਨੂੰ ਫੌਰੀ ਤੌਰ 'ਤੇ ਸੰਭਾਲਦੇ ਹੈ, ਜਿਵੇਂ ਕਿਸੇ ਸਿਹਤਮੰਦ ਵਿਅਕਤੀ ਦੀ ਰਹਿੰਦੀ ਹੈ। ਇਨਸੂਲਿਨ ਦੇ ਟੀਕਿਆਂ ਦੀ ਖੋਜ ਦਾ ਇਹੀ ਮਕਸਦ ਰਿਹਾ ਕਿ ਮਨੁੱਖੀ ਸਰੀਰ ਜਿੰਨਾ ਕੁਦਰਤੀ ਅਵਸਥਾ 'ਚ ਰਹਿ ਸਕਦਾ ਰਹੇ। ਇਨਸੂਲਿਨ ਦਾ ਟੀਕਾ, ਟੀਕੇ ਦੀ ਚੋਭ, ਟੀਕੇ ਨਾਲ ਜੁੜਿਆ ਬਚਪਨੀ ਡਰ ਤੇ ਇਹਦੀ ਵਰਤੋਂ ਨਾਲ ਲੀਹ ਤੇ ਆ ਰਹੀ ਸਿਹਤ, ਨਾਲੇ ਪੇਟ 'ਤੇ ਟੀਕਾ ਲਗਾਉਣ ਨੇ ਸ਼ੁਰੂਆਤੀ ਦਿਨਾਂ 'ਚ ਹੋਰ ਸਮਾਜੀ ਦਿੱਕਤਾਂ ਵੀ ਠੀਕ ਕਰ ਦਿੱਤੀਆਂ। ਘਰੇ ਜਾਣਾ ਤਾਂ ਅਟੈਚੀ 'ਚ ਹੋਰ ਦਵਾਈਆਂ ਦੇ ਸੈਂਪਲਾਂ ਨਾਲ ਪਈ ਇਨਸੂਲਿਨ ਦੀ ਵਾਇਲ ਤੇ ਕੱਪੜੇ ਬਦਲਣੇ ਜਾਂ ਬਰੀਫ ਕੇਸ ਵਿੱਚੋਂ ਕੁਝ ਕੱਢਣ ਰੱਖਣ ਦੇ ਬਹਾਨੇ ਇਨਸੂਲਿਨ ਲਗਾ ਲੈਣੀ। ਮੇਰੀ ਛੋਟੀ ਭੈਣ ਜਿਹਨੇ B.Ed ਕੀਤੀ ਸੀ ਤੇ ਉੱਥੇ ਇਨਸੂਲਿਨ ਬਾਰੇ ਪੜ੍ਹਿਆ ਸੀ, ਤਾਂ ਉਹਨੂੰ ਪਤਾ ਲੱਗ ਗਿਆ ਕਿ ਇਨਸੂਲਿਨ ਵੀ ਪਈ ਤੇ ਮੈਂ ਕੁਝ ਮਿੱਠਾ ਖਾਣ ਤੋਂ ਵੀ ਗੁਰੇਜ਼ ਕਰ ਰਿਹਾ, ਪਰ ਉਹਨੇ ਨਾ ਮੇਰੇ ਤੋਂ ਕੁਝ ਪੁੱਛਿਆ, ਨਾ ਕਿਸੇ ਨੂੰ ਦੱਸਿਆ। ਮੇਰੀ ਮਾਂ ਨੂੰ ਵੀ ਬੜੀ ਦੇਰ ਬਾਅਦ ਪਤਾ ਚੱਲਿਆ। ਉਂਝ ਵੀ ਮੈਂ ਕਿਸੇ ਨੂੰ ਦੱਸਣ ਤੋਂ ਗੁਰੇਜ਼ ਕਰਦਾ ਰਿਹਾ। ਮੇਰੇ ਅਚੇਤ ਮਨ 'ਚ ਕਿਤੇ ਤਰਸ, ਵਿਚਾਰਗੀ ਦੇ ਭਾਵ ਸੁਣਨ ਦੇਖਣ ਦੀ ਪ੍ਰਵਿਰਤੀ ਨਹੀਂ ਰਹੀ ਹੈ, ਇਸ ਲਈ ਮੈਂ ਦੱਸਿਆ ਨਹੀਂ। ਉਂਝ ਜਿਹਨੂੰ ਕਿਤੇ ਸ਼ੱਕ ਵੀ ਪਿਆ, ਜਦੋਂ ਮਿੱਠੀ ਚਾਹ ਨਾ ਪੀਣੀ ਜਾਂ ਖਾਣ ਤੋਂ ਮਨ੍ਹਾ ਕਰਨਾ ਤੇ ਕਿਸੇ ਦੇ ਪੁੱਛਣ 'ਤੇ ਮੈਂ ਅਕਸਰ ਮਿੱਠਾ ਪਸੰਦ ਨਾ ਕਰਨ ਦਾ ਬਹਾਨਾ ਕਰਦਾ ਰਿਹਾ। ਦੂਸਰੇ ਪਾਸੇ ਜੇ ਕਿਸੇ ਨੂੰ ਪਤਾ ਚੱਲ ਵੀ ਗਿਆ ਤਾਂ ਉਹਨੇ ਮੈਨੂੰ ਖੁਦ ਇੱਕ ਡਾਕਟਰ ਸਮਝਦੇ ਹੋਏ ਵੀ ਕੁਛ ਨਾ ਕਹਿਣਾ, ਕਿਸੇ ਤਰ੍ਹਾਂ ਦੀ ਰਾਏ ਦਿੰਦਿਆਂ ਵੀ ਝਕਣਾ ਜਾਂ ਆਪਣੀ ਗੱਲ ਰੱਖਣੀ ਤੇ ਕਹਿਣਾ, ਤੁਸੀਂ ਦੇਖ ਲਓ, ਜੇ ਤੁਹਾਨੂੰ ਜਚੇ ਠੀਕ ਲੱਗੇ, ਵੈਸੇ ਇਹਦੇ ਫਾਇਦੇ ਸੁਣੇ ਨੇ ਜੋ ਵੀ ਵਰਤਦੇ ਨੇ। ਬਸ ਇੱਕ ਦਿੱਕਤ ਕਹਿ ਲਓ ਜਾਂ ਪਰੇਸ਼ਾਨੀ ਕਿ ਇਨਸੂਲਿਨ ਦੀ ਸ਼ੀਸ਼ੀ ਵਿੱਚੋਂ ਸਿਰਿੰਜ ਭਰਨੀ ਪੈਂਦੀ, ਫਿਰ ਲਗਾਉਣੀ, ਉਸ ਤਰ੍ਹਾਂ ਦੀ ਸੌਖ ਨਹੀਂ ਸੀ ਜਿਵੇਂ ਅੱਜ ਕੱਲ੍ਹ ਪੈਨ ਨਾਲ ਹੈ। ਆਪਣੇ ਆਲੇ ਦੁਆਲੇ ਮੈਂ ਅਨੇਕਾਂ ਨੂੰ ਜਾਣਦਾ ਜਿਨ੍ਹਾਂ ਨੂੰ ਸ਼ੂਗਰ ਹੈ। ਮੇਰੇ ਭਣੋਈਏ ਨੂੰ ਵੀ ਹੈ, ਰਾਧਾ ਦੇ ਘਰ ਵਾਲੇ ਨੂੰ। ਉਹ ਗੰਗਾ ਨਗਰ ਰਾਜਸਥਾਨ ਰਹਿ ਰਿਹਾ ਹੈ। ਉਹਨੂੰ ਤਕਰੀਬਨ 20 ਕੁ ਸਾਲਾਂ ਤੋਂ ਸ਼ੂਗਰ ਹੈ। ਮੈਨੂੰ ਵੀ ਪਤਾ ਕਿ ਉਹਨੂੰ ਵੀ ਮੇਰੇ ਬਾਰੇ ਪਤਾ ਹੈ। ਮੇਰੇ ਨਾਲ ਕਦੇ ਇਸ ਵਿਸ਼ੇ 'ਤੇ ਲੈ ਕੇ ਕੋਈ ਗੱਲ ਨਹੀਂ ਹੋਈ ਕਿ ਮੈਂ ਇੰਨਾ ਲੰਮਾ ਸਮਾਂ ਕਿਵੇਂ ਠੀਕ ਠਾਕ ਗੁਜ਼ਾਰਿਆ ਹੈ। ਮੇਰੇ ਕੋਲ ਜਦੋਂ ਵੀ ਆਏ, ਮੇਰੇ ਬੈੱਡ ਦੀ ਦਰਾਜ਼ 'ਚ ਪਈਆਂ ਦਵਾਈਆਂ ਨੂੰ ਦੇਖ ਕੇ ਹੈਰਾਨ ਹੁੰਦੇ, ਹੇ ਰਾਮ, ਤੁਸੀਂ ਇੰਨੀਆਂ ਦਵਾਈਆਂ ਖਾਂਦੇ ਹੋ। ਪੁੱਛਿਆ ਕਦੇ ਨਹੀਂ ਕਿ ਇਹ ਕੀ ਨੇ, ਕਿਸ ਲਈ ਨੇ। ਇਹਦੇ ਉਲਟ ਮੈਨੂੰ ਕਦੀ ਗੱਲੀ ਬਾਤੀ ਸਰਸਰੀ ਜੀ ਸੂਚਨਾ ਵਰਗੀ ਸਲਾਹ ਜਾਂ ਇਤਲਾਹ ਦੇਣੀ, ਜਿਵੇਂ ਰਾਤ ਨੂੰ ਤੂੜੀ ਨੂੰ ਪਾਣੀ 'ਚ ਭਿਉਂ ਕੇ ਰੱਖੋ, ਸਵੇਰੇ ਉਹ ਪੀਓ, ਸ਼ੂਗਰ ਠੀਕ ਹੋ ਜਾਂਦੀ ਹੈ। ਤੇ ਜਦੋਂ ਵੀ ਕੁਝ ਨਵਾਂ ਸੁਣਦੇ ਤਾਂ ਆ ਕੇ ਦੱਸਦੇ। ਕਦੇ ਇਹ ਨਹੀਂ ਕਿਹਾ ਕਿ ਛੱਡੋ ਸਭ ਤੇ ਇਹ ਅਜਮਾਓ। ਉਹਨਾਂ ਦਾ ਵਿਸ਼ਵਾਸ ਪ੍ਰਾਪਤ ਇੱਕ ਡਾਕਟਰ ਹੈ, ਡਾਕਟਰ ਆਜ਼ਾਦ, ਇੱਕ ਜੋਤਸ਼ੀ ਹੈ ਜੋ ਤੁਰਨ ਫਿਰਨ, ਅੰਦਰ ਬਾਹਰ ਵਿਚਰਨ ਤੇ ਦਿਸ਼ਾ ਨਿਰਦੇਸ਼ ਦਿੰਦਾ ਹੈ ਤੇ ਉਹ ਉਹਨਾਂ ਦੀ ਸਿਹਤ ਨੂੰ ਨਿਯੰਤਰਨ ਕਰਨ ਵਾਲੇ ਮਾਹਿਰ ਸ਼ਖਸ ਹਨ। ਇੱਕ ਦਿਨ ਮੈਨੂੰ ਫੋਨ ਆਇਆ, ਭਾਈ ਸਾਹਿਬ,
ਊਂਠਣੀ ਦੇ ਦੁੱਧ 'ਚ ਇਨਸੂਲਿਨ ਹੁੰਦੀ ਹੈ। ਮੈਂ ਕਿਹਾ ਮੇਰੀ ਜਾਣਕਾਰੀ 'ਚ ਤਾਂ ਨਹੀਂ ਹੈ, ਸਾਡੀ ਪੜ੍ਹਾਈ ਤੇ ਪਾਠਕ੍ਰਮ 'ਚ ਅਜਿਹਾ ਕੁਝ ਮੈਂ ਪੜ੍ਹਿਆ ਨਹੀਂ। ਉਹਨਾਂ ਨੇ ਫੋਨ ਰੱਖ ਦਿੱਤਾ। ਮੈਨੂੰ ਜਿਗਿਆਸਾ ਹੋਈ ਤੇ ਮੈਂ ਤਲਾਸ਼ ਕਰਨਾ ਸ਼ੁਰੂ ਕੀਤਾ। ਕੈਮਲ ਮਿਲਕ, ਅਸੀਂ ਗਾਂ ਮੱਝ ਬੱਚੇ ਲਈ ਲੋੜੀਂਦਾ, ਮਾਂ ਦਾ ਦੁੱਧ, ਬੱਕਰੀ ਦਾ ਦੁੱਧ ਆਦਿ ਸਭ ਪੜ੍ਹਦੇ ਹਾਂ। ਕਿਉਂ ਜੋ ਮਾਂ ਜੇ ਆਪਣਾ ਦੁੱਧ ਪਿਲਾਉਣ 'ਚ ਅਸਮਰਥ ਹੋਵੇ ਤਾਂ ਫਿਰ ਕੀ ਰਾਏ ਦਿੱਤੀ ਜਾਵੇ। ਕੈਮਲ ਮਿਲਕ ਬਾਰੇ ਪੜ੍ਹਿਆ ਤਾਂ ਲਿਖਿਆ ਮਿਲਿਆ, ਇਸ ਦੁੱਧ 'ਚ ਜੋ ਪ੍ਰੋਟੀਨ ਹੁੰਦਾ ਉਹਦੀ ਬਣਾਵਟ ਇਨਸੂਲਿਨ ਦੀ ਬਣਾਵਟ ਨਾਲ ਮੇਲ ਖਾਂਦੀ ਹੈ, ਪਰ ਇਹਦੀ ਸ਼ੂਗਰ ਰੋਗ 'ਚ ਇਸਤੇਮਾਲ ਬਾਰੇ ਕੋਈ ਖੋਜ ਕਾਰਜ ਨਹੀਂ ਮਿਲਦਾ। ਖੈਰ, ਭਾਈ ਸਾਹਿਬ ਨੇ ਉਹ 300 ਰੁਪਏ ਲੀਟਰ ਵਾਲਾ ਦੁੱਧ ਬੰਦ ਕਰ ਦਿੱਤਾ। ਮੈਂ ਇੱਥੇ ਇੱਕ ਹੋਰ ਵਾਕਿਆ ਸੁਣਾਉਣਾ ਚਾਹੁੰਦਾ। ਮੈਂ ਇੱਕ ਸਾਹਿਤਿਕ ਗੋਸ਼ਟੀ 'ਚ ਸ਼ਾਮਲ ਹੋਇਆ ਜੋ ਦੇਰ ਸ਼ਾਮਾਂ ਤੋਂ ਸਾਰੀ ਰਾਤ ਚੱਲਣੀ ਸੀ। ਸਰਦੀ ਦੇ ਦਿਨ ਸੀ, ਸਾਰੇ ਰਜਾਈਆਂ 'ਚ ਬੈਠੇ ਸੀ ਅਤੇ ਉੱਥੇ ਬੈਠਿਆਂ ਹੀ ਕਹਾਣੀਆਂ ਪੜ੍ਹਨੀਆਂ ਸੀ। ਗੋਸ਼ਟੀ ਸ਼ੁਰੂ ਕਰਕੇ 2 ਕੁ ਘੰਟੇ ਨੂੰ ਰਾਤ ਦਾ ਖਾਣਾ ਖਾ ਫਿਰ ਤੋਂ ਗੋਸ਼ਟੀ ਜਾਰੀ ਰਹਿਣੀ ਸੀ। ਹੋਇਆ ਇਹ ਕਿ ਠੰਡ ਨੂੰ ਦੇਖਦਿਆਂ ਰੋਟੀ ਰਜਾਈ 'ਚ ਬੈਠੇ ਹੀ ਖਾਣ ਦਾ ਫੈਸਲਾ ਹੋਇਆ ਅਤੇ ਸਭ ਦੇ ਹੱਥਾਂ 'ਚ ਥਾਲ ਫੜਾ ਦਿੱਤੇ ਗਏ। ਮੈਂ ਰੋਟੀ ਤੋਂ ਪਹਿਲਾਂ ਇਨਸੂਲਿਨ ਲਗਾਉਣੀ ਸੀ, ਜੋ ਕਿ ਰੂਟੀਨ ਮੁਤਾਬਕ ਮੈਂ ਇੱਕ ਪਾਸੇ ਹੋ ਕੇ ਲਗਾਉਂਦਾ। ਹੁਣ ਦਿੱਕਤ ਹੋ ਗਈ। ਮੈਂ ਕੀ ਕੀਤਾ ਕਿ ਆਪਣੀ ਜੇਬ 'ਚ ਇਨਸੂਲਿਨ ਦੀ ਸ਼ੀਸ਼ੀ ਕੱਢੀ। ਉਦੋਂ ਤੱਕ ਇਨਸੂਲਿਨ ਪੈਨ ਨਹੀਂ ਸੀ ਆਏ। ਮੈਂ ਨਾਲ ਹੀ ਸਿਰਿੰਜ ਕੱਢੀ, ਅੰਦਾਜ਼ੇ ਨਾਲ ਸ਼ੀਸ਼ੀ ਦੇ ਸਿਰੇ 'ਤੇ ਸਿਰਿੰਜ ਦੀ ਸੂਈ ਰੱਖ ਕੇ ਸਿਰਿੰਜ ਦਾ ਪਿਸਟਨ ਖਿੱਚਿਆ, ਅੰਦਾਜ਼ੇ ਨਾਲ ਇਨਸੂਲਿਨ ਭਰੀ ਅਤੇ ਫਿਰ ਕੁੜਤਾ ਪਾਸੇ ਕਰਕੇ ਇਨਸੂਲਿਨ ਲਗਾਈ। 2-4 ਯੂਨਿਟ ਘੱਟ ਵੱਧ ਹੋਈ ਹੋਏਗੀ, ਪਰ ਬਿਨਾਂ ਕਿਸੇ ਦੇ ਜਾਣੇ ਮੈਂ ਇਨਸੂਲਿਨ ਲਗਾ ਲਈ ਅਤੇ ਰੋਟੀ ਖਾਧੀ। ਮੈਨੂੰ ਸੁਖਬੀਰ ਜੀ ਨੇ ਆਪਣੀ ਕਹਾਣੀ ਦੇ ਇੱਕ ਪਾਤਰ ਬਾਰੇ ਦੱਸਿਆ ਸੀ, ਜੋ ਕਿ ਅੰਨ੍ਹੀ ਸੀ ਅਤੇ ਪਰਿਵਾਰ ਲਈ ਰੋਟੀ ਤਾਂ ਬਣਾਉਂਦੀ ਸੀ, ਪੂਰੀਆਂ ਤੱਕ ਵੀ ਤਲ ਲੈਂਦੀ ਸੀ। ਮੇਰੇ ਕੋਲ ਮੇਰੀ ਇੱਕ ਵਿਗਿਆਨਕ ਸੂਝ ਸੀ ਕਿ ਹੋ ਸਕਦਾ ਦਵਾਈ ਨਾਲ ਕਾਬੂ ਹੇਠ ਆਉਣ ਵਾਲੀ ਸ਼ੂਗਰ ਨੂੰ ਕੁਝ ਫਰਕ ਪੈ ਜਾਂਦਾ ਹੋਵੇ, ਪਰ ਮੇਰੇ ਕੇਸ ਵਿੱਚ ਤਾਂ ਪੈਨਕ੍ਰੀਆਜ਼ ਬਿਲਕੁਲ ਹੀ ਨਕਾਰਾ ਹੈ, ਇਸ ਲਈ ਮੈਂ ਤਜਰਬਾ ਨਹੀਂ ਕੀਤਾ। ਵੱਖ-ਵੱਖ ਪ੍ਰਚਲਿਤ ਨੁਸਖਿਆਂ ਟੋਟਕਿਆਂ 'ਚ ਕਿੰਨਾ ਕੁ ਦਮ ਹੈ, ਮੈਂ ਇਸ ਬਾਰੇ ਕਿਸੇ ਭਰੋਸੇ ਨਾਲ ਨਹੀਂ ਕਹਿ ਸਕਦਾ, ਪਰ ਜੇ ਹੈ ਵੀ ਤਾਂ ਆਯੁਰਵੈਦ ਦੇ ਮਾਹਰਾਂ ਨੂੰ ਅਜੋਕੇ ਵਿਗਿਆਨਕ ਖੋਜ ਪੱਧਤੀ ਦੇ ਯੁੱਗ ਵਿੱਚ ਇਹਨੂੰ ਪ੍ਰਵਾਨਿਤ ਕਰਨ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਮੇਰੇ ਸੁਭਾਅ 'ਤੇ ਇਨਸੂਲਿਨ ਟੀਕੇ ਲਗਾਉਣ ਦਾ ਸਵਾਲ ਹੈ, ਮੈਂ ਇਸ ਪੱਖ ਨੂੰ ਵੀ ਦਿਮਾਗ ਵਿੱਚ ਰਜਿਸਟਰਡ ਨਹੀਂ ਕੀਤਾ। ਇਹ ਸਹਿਜੇ ਹੀ ਮੇਰੇ ਹੱਥ 'ਚ ਆ ਜਾਂਦੀ ਹੈ। ਊਸ਼ਾ ਫੜਾ ਜਾਂਦੀ ਹੈ, ਬੇਟੀ ਬੇਟਾ ਫੜਾ ਜਾਂਦੇ ਹੈ। ਕਈ ਵਾਰ ਮੇਰੇ ਦੋਤੇ ਮੇਰੇ ਨਾਲ ਰਹਿਣ ਕਰਕੇ ਇਨਸੂਲਿਨ ਦਾ ਪੈਨ ਚੁੱਕ ਕੇ ਦੇ ਜਾਂਦੇ ਆ। ਉਹਨਾਂ ਨੂੰ ਫਰਿੱਜ 'ਚ ਪਈ ਇਨਸੂਲਿਨ ਦੀ ਡੱਬੀ ਤੋਂ ਪਛਾਣ ਹੈ। 1.5 ਸਾਲਾ ਰਿਵਾਨ ਨਨ ਕਰਦੇ ਚੁੱਕਦਾ ਮੇਰੇ ਕੋਲ ਆ ਜਾਂਦਾ। ਵੱਡਾ ਦੋਤਾ ਰਿਜ਼ਵ ਤਾਂ ਕਈ ਕੁਝ ਜਾਣਦਾ, ਸਵਾਲ ਵੀ ਕਰਦਾ। ਮੈਂ ਟੀਕੇ ਲਗਾਉਣ ਨੂੰ ਇੰਨਾ ਹੀ ਸਹਿਜ ਬਣਾਇਆ ਜਿਵੇਂ ਰੋਟੀ ਦੀ ਬੁਰਕੀ ਤੋੜ ਦਾਲ ਨਾਲ ਲਗਾ ਕੇ ਮੂੰਹ 'ਚ ਪਾਉਣੀ। ਇਹ ਮੇਰੇ ਦਿਮਾਗ 'ਚ ਕਦੇ ਨਹੀਂ ਆਇਆ ਆਹ ਕੀ ਸਿਆਪਾ ਜਿਹਾ, ਇਹ ਕੀ ਰੋਜ਼-ਰੋਜ਼ ਸਵੇਰੇ ਸ਼ਾਮ, ਜੋ ਕਿ ਅਕਸਰ ਸ਼ੂਗਰ ਰੋਗ ਦੇ ਮਰੀਜ਼ਾਂ ਤੋਂ ਦਿਨ ਭਰ 'ਚ ਇੱਕ ਗੋਲੀ ਖਾਣ ਲੱਗਿਆ ਵੀ ਸੁਣਦਾ ਆ ਰਿਹਾ। ਮੇਰਾ ਮੰਨਣਾ ਹੈ ਤਰਸ ਦਾ ਪਾਤਰ ਬਣਨਾ ਜਾਂ ਬਣਾਇਆ ਜਾਣਾ ਤੁਹਾਡੀ ਸ਼ਖਸੀਅਤ ਨੂੰ ਕਮਜ਼ੋਰ ਕਰਦਾ ਹੈ। ਮੈਂ ਆਪਣੀ ਸਰਵਿਸ ਦੌਰਾਨ ਕੋਈ 1.5 ਕੁ ਸਾਲ ਮੈਡੀਕਲ ਕਾਲਜ ਫਰੀਦਕੋਟ ਗੁਜ਼ਾਰੇ। ਇਹ ਸਰਕਾਰੀ ਨੌਕਰੀ ਦਾ ਸਬੱਬ ਹੈ। ਤਕਰੀਬਨ ਪਟਿਆਲੇ ਅੰਮ੍ਰਿਤਸਰ ਦੇ 40 ਕੁ ਡਾਕਟਰਾਂ ਨੂੰ ਤਰੱਕੀ ਦੇ ਕੇ ਫਰੀਦਕੋਟ ਭੇਜ ਦਿੱਤਾ ਗਿਆ, ਕਿਉਂ ਜੋ ਉੱਥੇ ਮੈਡੀਕਲ ਕੌਂਸਲ ਆਫ ਇੰਡੀਆ ਦੀ ਇੰਸਪੈਕਸ਼ਨ ਸੀ। ਉਹ ਮੌਕਾ ਲੰਘ ਗਿਆ ਅਤੇ ਹੌਲੀ-ਹੌਲੀ ਸਿਫਾਰਸ਼ੀ ਜਾਂ ਜੋੜ ਤੋੜ ਕਰਨ ਵਾਲੇ ਡਾਕਟਰ ਵਾਪਸ ਪਹੁੰਚਣ ਲੱਗੇ। ਮੈਂ ਤਾਂ ਵੈਸੇ ਮਨ ਬਣਾ ਲਿਆ ਸੀ ਕਿ ਉੱਥੇ ਹੀ ਜਾ ਕੇ ਰਹਿੰਦੇ ਆ। ਮੈਂ ਕੋਟਕਪੁਰੇ ਰਹਿਣ ਦਾ ਜੁਗਾੜ ਕਰ ਰਿਹਾ ਸੀ। ਵੈਸੇ ਫਰੀਦਕੋਟ 'ਚ ਸਰਕਾਰੀ ਕੁਆਟਰ ਵੀ ਸੀ, ਪਰ ਕਿਸੇ ਤਰੀਕੇ ਸਿਰੇ ਨਾ ਚੜ੍ਹਿਆ ਅਤੇ ਮੈਂ ਤਕਰੀਬਨ 1.5 ਕੁ ਸਾਲ ਅੰਮ੍ਰਿਤਸਰ ਤੋਂ ਆਉਣਾ ਜਾਣਾ ਬਣਾ ਕੇ ਰੱਖਿਆ। ਕਈ ਡਾਕਟਰ ਸਨ, ਪਹਿਲਾਂ ਬੱਸ ਨਾਲ ਤੈਅ ਕੀਤਾ, ਫਿਰ ਮਿਲ ਕੇ ਕਾਰ 'ਤੇ ਆਉਂਦੇ ਰਹੇ। ਇਹਦਾ ਇੱਕ ਵਾਧਾ ਹੋਇਆ ਕਿ ਮੈਨੂੰ ਇੱਕ ਬਹੁਤ ਹੀ ਨਫੀਸ ਦੋਸਤ ਸੁਰਿੰਦਰ ਮਿਲਿਆ। ਇਸੇ ਸਿਲਸਿਲੇ 'ਚ ਪਟਿਆਲੇ ਤੋਂ ਇੱਕ ਡਾਕਟਰ ਭੁਵਨੇਸ਼ ਗੁਪਤਾ ਸਾਡੇ ਵਿਭਾਗ 'ਚ ਆਉਂਦੇ ਸੀ। ਉਹ ਵੀ ਇੱਕ ਕਾਰ 'ਚ ਬੈਠ ਕੇ 4 ਲੋਕ ਆਉਂਦੇ। ਰਹਿਣਾ ਉਹਨਾਂ ਦਾ ਵੀ ਆਰਜ਼ੀ ਸੀ, ਸਭ ਨੂੰ ਵਾਪਸੀ ਦੀ ਆਸ ਸੀ। ਉਹਨਾਂ ਨੇ ਜਦੋਂ ਆਉਣਾ ਤਾਂ ਮੈਨੂੰ ਨਾਲ ਲੈ ਦਫ਼ਤਰ ਦਾ ਗੇੜਾ ਕੱਟਣਾ ਅਤੇ ਆਪਣੀ ਤਨਖਾਹ, ਕੁਝ ਮੈਡੀਕਲ ਬਿੱਲਾਂ ਆਦਿ ਬਾਰੇ ਪਤਾ ਕਰਨਾ ਅਤੇ ਸੰਬੰਧਿਤ ਕਲਰਕਾਂ ਜਾਂ ਸੁਪਰਡੈਂਟ ਨੂੰ ਜੱਫੀਆਂ ਪਾ ਆਪਣੀ ਬਿਮਾਰੀ ਦਾ ਵਾਸਤਾ ਪਾਉਣਾ ਅਤੇ ਬਿੱਲਾਂ ਨੂੰ ਛੇਤੀ ਪਾਸ ਕਰਵਾਉਣ ਲਈ ਗੁਜ਼ਾਰਿਸ਼ ਕਰਨੀ। ਜਾਂਦੇ ਹੀ ਜਦੋਂ ਕਿਸੇ ਨੇ ਮਿਲਣਾ ਤਾਂ ਪੁੱਛਣਾ ਹੈ, ਇੱਕ ਆਮ ਸਵਾਲ, ਹੋਰ ਕੀ ਹਾਲ ਹੈ ਡਾਕਟਰ ਸਾਹਿਬ? ਤਾਂ ਡਾਕਟਰ ਗੁਪਤਾ ਦਾ ਜਵਾਬ ਹੋਣਾ, ਸਾਡਾ ਕੀ ਹਾਲ ਹੋਣਾ, ਇੱਕ ਬਿਮਾਰ ਦਾ ਕੀ ਹਾਲ ਹੁੰਦਾ। ਖੁਦ ਹੀ ਇੱਕ ਤਰਸ ਭਰੇ ਲਹਿਜੇ 'ਚ ਗੱਲ ਕਰਨੀ। ਉਹਨਾਂ ਨੂੰ ਇੱਕ ਲੰਮੀ ਬਿਮਾਰੀ ਸੀ। ਮੈਨੂੰ ਉਹਨਾਂ ਦਾ ਅੰਦਾਜ਼ ਕਦੇ ਚੰਗਾ ਨਹੀਂ ਲੱਗਿਆ, ਸਗੋਂ ਮੈਨੂੰ ਖਿੱਚ ਚੜ੍ਹਨੀ। ਇਸੇ ਤਰ੍ਹਾਂ ਦਾ ਇੱਕ ਵਾਕਿਆ ਮੇਰੇ ਨਾਲ ਕੁਝ ਇਸ ਤਰ੍ਹਾਂ ਵਾਪਰਿਆ ਕਿ ਸਾਡੇ ਹੀ ਵਿਭਾਗ ਦੇ ਅੰਮ੍ਰਿਤਸਰ ਤੋਂ ਮੁਖੀ ਮੈਡੀਕਲ ਸੁਪਰਡੈਂਟ ਦੇ ਅਹੁਦੇ 'ਤੇ ਤਾਇਨਾਤ ਹੋਏ 2 ਕੁ ਘੰਟੇ ਇੱਥੇ ਬੈਠਦੇ, ਬਾਕੀ ਸਮਾਂ
MS ਆਫਿਸ। ਉਹਨਾਂ ਨੂੰ ਪਤਾ ਚੱਲਿਆ ਕਿ ਮੈਂ ਮੈਡੀਕਲ ਦੇ ਅਲਾਊਂਸ ਵਿੱਚ ਜੋ ਸਰਕਾਰ ਫਿਕਸ ਦਿੰਦੀ ਹੈ ਉਹੀ ਲੈਣਾ, ਜੋ ਕਿ ਸਮੇਂ-ਸਮੇਂ 200 ਰੁਪਏ ਤੋਂ ਤੇ ਹੁਣ 500 ਰੁਪਏ ਪੱਕੇ ਮਿਲਦੇ ਹੈ। ਇਹਦਾ ਇੱਕ ਹੋਰ ਸਰੂਪ ਹੈ ਕਿ ਕੁਝ ਬਿਮਾਰੀਆਂ ਦੇ ਤਹਿਤ ਇਹ ਖੁੱਲ੍ਹ ਹੈ ਕਿ ਜੋ ਤੁਸੀਂ ਖਰਚ ਕਰਦੇ ਹੋ ਬਿੱਲ ਦੇ ਕੇ ਲੈ ਲਓ। ਡਾਇਬਟੀਜ਼ ਉਸ ਸੂਚੀ ਵਿੱਚੋਂ ਇੱਕ ਹੈ। ਮੈਨੂੰ ਡਾਕਟਰ ਪੱਡਾ ਨੇ ਕਿਹਾ ਕਿ ਉਹ ਕਰੋਨਿਕ ਡਿਜ਼ੀਜ਼ ਦਾ ਸਰਟੀਫਿਕੇਟ ਬਣਵਾ ਲਏ। ਇੱਕ ਦਿਨ ਦਫ਼ਤਰ ਆ ਜਾ, ਮੈਂ ਬਣਾ ਦਿਆਂਗਾ। ਉਹਨਾਂ ਨੂੰ ਪਤਾ ਸੀ ਮੈਂ ਤਕਰੀਬਨ 2,500-3 ਹਜ਼ਾਰ ਪ੍ਰਤੀ ਮਹੀਨਾ ਖਰਚ ਕਰ ਰਿਹਾ। ਮੈਂ ਉਹਨਾਂ ਦੀ ਗੱਲ ਸੁਣੀ ਤੇ ਆਉਣ ਦੀ ਹਾਮੀ ਭਰੀ। ਡਾਕਟਰ ਪੱਡਾ ਕਾਫੀ ਮਿਹਰਬਾਨ ਮੁਖੀ ਰਹੇ ਹਨ ਤੇ ਮੈਂ ਸਭ ਤੋਂ ਲੰਮਾ ਸਮਾਂ ਉਹਨਾਂ ਨਾਲ ਕੰਮ ਕੀਤਾ ਹੈ। ਮੇਰੇ ਪ੍ਰਤੀ ਮੇਰੀ ਬਿਮਾਰੀ ਜਾਂ ਕਿਸੇ ਹਾਦਸੇ ਵੇਲੇ ਉਹਨਾਂ ਨੇ ਕਾਫੀ ਫਿਕਰਮੰਦੀ ਦਿਖਾਈ ਹੈ ਤੇ ਵਿਭਾਗ ਵੱਲੋਂ ਖੁਦ ਵੀ ਤੇ ਇੱਕ ਆਪਰੇਸ਼ਨ ਵੇਲੇ ਸਾਰੇ ਸਟਾਫ ਨੂੰ ਹਦਾਇਤ ਦਿੱਤੀ ਕਿ ਮੇਰੇ ਕੋਲ 24 ਘੰਟੇ ਕੋਈ ਨਾ ਕੋਈ ਹੋਵੇ ਮੇਰੀ ਮਦਦ ਲਈ। ਮੈਂ ਡਾਕਟਰ ਪੱਡਾ ਦੀ ਇਹ ਖਾਹਿਸ਼ ਜਾਂ ਉਹਨਾਂ ਵੱਲੋਂ ਦਿੱਤੀ ਸਲਾਹ ਪ੍ਰਵਾਨ ਨਾ ਕੀਤੀ। ਕਾਰਨ ਸੀ ਕਿ ਮੈਂ ਹਰ ਮਹੀਨੇ ਦਵਾਈ ਖਰੀਦਾਂਗਾ, ਉਹਦੇ ਬਿੱਲ ਲਵਾਂਗਾ, ਫਿਰ ਉਹਨਾਂ ਨੂੰ ਕਾਲਜ ਦੇ ਕੈਸ਼ੀਅਰ ਨੂੰ ਦੇਵਾਂਗਾ। ਮੈਂ ਦੇਖਦਾ ਸੀ ਕਿ ਲੋਕ ਗੇੜੇ ਮਾਰਦੇ ਤੇ ਕਹਿੰਦੇ ਮੇਰਾ ਬਿੱਲ ਖਜ਼ਾਨੇ ਭੇਜ ਦੇ ਤੇ ਫਿਰ ਨਾਲ ਹੀ ਉੱਥੇ ਖਜ਼ਾਨੇ ਤੋਂ ਪਾਸ ਕਰਵਾਉਣ ਲਈ ਜੋ ਢੰਗ ਤਰੀਕਾ ਅਪਣਾਇਆ ਜਾਂਦਾ ਉਸ 'ਚੋਂ ਲੰਘਦੇ। ਮੇਰੇ ਤੋਂ ਗੇੜੇ ਨਹੀਂ ਸੀ ਵੱਜਣੇ। ਬਿੱਲ ਲੈਣ, ਬਿੱਲ ਜਮ੍ਹਾਂ ਕਰਾਉਣ, ਗੇੜੇ ਮਾਰਨ ਦਾ ਮਤਲਬ ਸੀ ਮੈਂ ਹਰ ਵਾਰੀ ਯਾਦ ਕਰਾਂ ਕਿ ਮੈਂ ਸ਼ੂਗਰ ਦਾ ਮਰੀਜ਼ ਹਾਂ, ਭਾਵੇਂ ਕਿ ਇਹ ਸੱਚ ਹੈ। ਤੇ ਨਾਲ ਦੂਸਰਾ ਸੀ ਜਦੋਂ ਵੀ ਦਫ਼ਤਰ ਜਾਵਾਂ ਉੱਥੋਂ ਦੇ ਸਟਾਫ ਦੀਆਂ ਅੱਖਾਂ 'ਚ ਆਪਣੇ ਲਈ ਤਰਸ ਦੇਖਾਂ, ਜੋ ਮੈਂ ਨਹੀਂ ਸੀ ਕਰਨਾ ਚਾਹੁੰਦਾ। ਤੇ ਉਹ ਸਮਾਂ ਮੈਂ ਬੜੇ ਵਧੀਆ ਤਰੀਕੇ ਲੰਘਾਇਆ। ਸੁਖਬੀਰ ਜੀ ਵਰਗੇ ਦਾਨਿਸ਼ਵਰ, ਡਾਕਟਰ ਪੱਡਾ ਵਰਗੇ ਮੁਖੀ ਤੇ ਅਜਿਹੇ ਹੋਰ ਅਨੇਕਾਂ ਦੋਸਤ ਤੇ ਜਾਣੂ ਮੇਰੇ ਪ੍ਰਤੀ ਇੱਕ ਫਿਕਰਮੰਦੀ ਦਿਖਾਉਂਦੇ ਰਹੇ ਤੇ ਮੇਰੀ ਪਰਵਾਹ ਕਰਨ ਦਾ ਹਿੱਸੇਦਾਰ ਬਣੇ। ਇਹਨਾਂ ਸਭਨਾਂ ਦੇ ਧੰਨਵਾਦ ਤੋਂ ਪਹਿਲਾਂ ਮੈਂ ਸਰ ਫਰੈਡਰਿਕ ਬੈਂਟਿੰਗ ਨੂੰ ਯਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਜਾਨਵਰਾਂ ਤੋਂ ਇਨਸੂਲਿਨ ਲੱਭੀ ਤੇ ਆਪਣੀ ਇਸ ਖੋਜ ਤੋਂ ਬਾਅਦ ਆਪਣੀ ਇਸ ਕਾਢ ਨੂੰ ਪੇਟੈਂਟ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਤੇ ਸਿਰਫ $1 ਦੀ ਰਾਇਲਟੀ ਲੈ ਕੇ ਇਹਨੂੰ ਕੈਨੇਡਾ ਯੂਨੀਵਰਸਿਟੀ ਦੇ ਨਾਂ ਕਰ ਦਿੱਤਾ ਤੇ ਕਿਹਾ ਕਿ ਇਹ ਦਵਾ ਜੀਵਨ ਦਾਤੀ ਲਾਈਫ ਸੇਵਿੰਗ ਮੈਡੀਸਨ ਹੈ ਤੇ ਹਰ ਵਰਗ ਦੇ ਮਰੀਜ਼ ਤੱਕ ਘੱਟ ਤੋਂ ਘੱਟ ਮੁੱਲ 'ਤੇ ਪਹੁੰਚਣੀ ਚਾਹੀਦੀ ਹੈ। ਵੈਸੇ ਵੀ ਫਾਇਦੇ ਦੀ ਗੱਲ ਪੂੰਜੀਪਤੀ ਕਰਦਾ ਹੈ, ਵਿਗਿਆਨੀ ਨਹੀਂ। ਅਜਿਹੀਆਂ ਅਨੇਕਾਂ ਉਦਾਹਰਨਾਂ ਹਨ ਵਿਗਿਆਨ ਦੇ ਇਤਿਹਾਸ ਵਿੱਚ। ਸਰ ਬੈਂਟਿੰਗ ਦੀ ਇਹ ਭਾਵਨਾ ਪ੍ਰੇਰਕ ਹੈ ਤੇ ਇਸੇ ਸੰਕਲਪ ਨੂੰ ਅੱਗੇ ਲੈ ਜਾਣ ਦੀ ਮੰਗ ਵੀ ਕਰਦੀ ਹੈ। ਧੰਨਵਾਦ।